ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਕਹੇ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਤਿਗੁਰੂ ਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਪਹੁੰਚ ਰਹੀ, ਸਜ ਬੈਠੀ, ਨਤਮਸਤਕ ਹੋ ਰਹੀ, ਪ੍ਰਭੂ ਭਗਤੀ ਸ਼ਰਵਣ ਕਰ ਰਹੀ, ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਗੁਰ ਸ਼ਬਦ ਦੀ ਕਥਾ ਵਿਚਾਰ ਦੀ ਆਰੰਭਤਾ ਤੋਂ ਪਹਿਲੋਂ ਗੁਰੂ ਫਤਿਹ ਦੀ ਸਾਂਝ ਕਰਨੀ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸੋ ਅੱਜ ਦੇ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ, ਜਿੱਥੇ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। ਸੋ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਹੈ। ਜਦੋਂ ਕੋਈ ਸਾਡੇ ਬੱਚੇ ਦਾ ਜਾਂ ਬੱਚੀ ਦਾ ਜਨਮ ਦਿਨ ਹੁੰਦਾ ਹੈ, ਜਦੋਂ ਸਾਨੂੰ ਕੋਈ ਵਧਾਈ ਦਿੰਦਾ ਹੈ, ਬੱਚੇ ਨੂੰ ਵੀ ਤੇ ਸਾਨੂੰ ਵੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਆਪਾਂ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਜਾਂ ਖੁਸ਼ੀ ਮਨਾਉਂਦੇ ਹਾਂ, ਤੇ ਮਹਿਸੂਸ ਕਰੋ ਕਿ ਕਲੰਗੀਆਂ ਵਾਲੇ ਨੂੰ ਕਿੰਨੀ ਖੁਸ਼ੀ ਹੁੰਦੀ ਹੋਵੇਗੀ ਕਿ ਮੇਰੇ ਜਿਹੜੇ ਪੁੱਤਰ ਨੇ, ਜਿਹੜੇ ਮੇਰੇ ਬੱਚੇ ਨੇ, ਤੇ ਜਿਨ੍ਹਾਂ ਦੇ ਵਾਸਤੇ ਮੈਂ ਆਪਣਾ ਆਪ ਕੁਰਬਾਨ ਕਰ ਦਿੱਤਾ। ਕਿਉਂਕਿ ਜਿਹੜੀ ਗੱਲ ਦਮਦਮਾ ਸਾਹਿਬ ਦੀ ਧਰਤੀ ਤੇ ਕਹੀ ਸੀ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਸੰਬੋਧਨ ਕਰਕੇ ਕਿ ਤੁਸੀਂ ਆਲੇ ਦੁਆਲੇ ਜਿਹੜੀ ਨਜ਼ਰ ਮਾਰ ਰਹੇ ਹੋ, ਤਾਂ ਉਸ ਸਮੇਂ ਗੁਰੂ ਪਿਤਾ ਜੀ ਨੇ ਉਸ ਨਜ਼ਰ ਤੋਂ, ਉਸ ਹਾਵ ਭਾਵ ਤੋਂ ਵੇਖ ਲਿਆ ਸੀ ਕਿ ਇਹ ਅੱਖਾਂ ਲੱਭ ਕਿਹਨੂੰ ਰਹੀਆਂ ਨੇ। ਤੁਸੀਂ ਕਿਸੇ ਵੀ ਇਕੱਠ ਵਿੱਚ ਜਾਓ, ਬਾਜ਼ਾਰ ਵਿੱਚ ਜਾਓ, ਭਾਵੇਂ ਤੁਸੀਂ ਸਾਰੀ ਖਰੀਦਾਰੀ ਕਰ ਰਹੇ ਹੋ, ਪਰ ਤੁਹਾਡੀਆਂ ਅੱਖਾਂ ਤੁਹਾਡੇ ਬੱਚਿਆਂ ਨੂੰ ਹੀ ਲੱਭਦੀਆਂ ਨੇ। ਜਿਹੜੀ ਬੇਨਤੀ ਕਰ ਰਹੇ ਸਾਂ, ਤਾਂ ਉਸ ਵਕਤ ਸਤਿਗੁਰਾਂ ਨੇ ਇਹ ਬਚਨ ਕਹੇ ਸਨ ਕਿ ਜੋ ਤੁਸੀਂ ਆਲੇ ਦਾਲੇ ਨਜ਼ਰ ਮਾਰ ਰਹੇ ਹੋ, ਅੱਖਾਂ ਤੁਹਾਡੀਆਂ ਜਿਨ੍ਹਾਂ ਨੂੰ ਲੱਭਦੀਆਂ ਨੇ, ਲੱਭਣ ਦੀ ਲੋੜ ਨਹੀਂ। ਇਹ ਜਿੰਨੇ ਵੀ ਆਲੇ ਦੁਆਲੇ ਬੈਠੇ ਨੇ, ਇਹ ਸਾਰੇ ਤੁਹਾਡੇ ਹੀ ਬੱਚੇ ਨੇ। ਤਿੰਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੋ ਕਲਗੀਧਰ ਦਸ਼ਮੇਸ਼ ਪਿਤਾ ਦਾ ਇਹ ਦੂਲਾ ਪੰਥ ਜਿਹੜਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਆਪਾਂ ਕਰ ਰਹੇ ਹਾਂ, ਤੇ ਅੱਜ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਵੀ ਆਪਾਂ ਮਨਾ ਰਹੇ ਹਾਂ। ਲੜੀਵਾਰ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜਿੱਥੇ ਕਰਾਂਗੇ, ਸੋ ਆਓ ਪਾਵਨ ਸ਼ਬਦ ਦਾ ਆਧਾਰ ਬਣਾ ਕੇ ਆਪਾਂ ਕੁਝ ਕੁ ਇਤਿਹਾਸ ਨੂੰ ਵੀ ਗੁਰੂ ਬਖਸ਼ਿਸ਼ ਸਦਕਾ ਵਾਚਾਂਗੇ। ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ,
ਕਲਾ ਜਿਤ ਘਰ ਧਾਰੀਆ। ਜਿਸ ਦੇ ਹਿਰਦੇ ਰੂਪ ਘਰ ਦੇ ਵਿੱਚ ਹੇ ਪ੍ਰਭੂ ਤੂੰ ਆਪਣੀ ਸੱਤਿਆ ਟਿਕਾ ਕੇ ਰੱਖੀ ਹੈ। ਵਾਜੇ ਪੰਜ ਸ਼ਬਦ ਤਿਤ, ਤਿਤ ਦੇ ਅਰਥ ਨੇ ਉਸ ਹਿਰਦੇ ਰੂਪ ਘਰ ਦੇ ਵਿੱਚ ਜੇ ਗੁਰੂ ਦੇ ਸ਼ਬਦ ਦੇ ਵਾਜੇ ਵੱਜ ਰਹੇ ਨੇ ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਬਹੁਤ ਜੀਵ ਵੱਡੀਆਂ ਭਾਗਾਂ ਵਾਲਾ ਹੈ। ਇੱਥੇ ਵਾਜਾ ਸਾਜ਼ ਕਿਉਂਕਿ ਇਹ ਉਦਾਹਰਨਾਂ ਕਿਉਂ ਲਈਆਂ ਨੇ? ਗੁਰੂ ਪਾਤਸ਼ਾਹ ਜੀ ਕਹਿੰਦੇ ਮਾਨੋ ਪੰਜ ਕਿਸਮਾਂ ਦੇ ਸਾਜ਼ਾਂ ਦੀਆਂ, ਜਿਵੇਂ ਮੰਨ ਲਓ ਪੰਜ ਤਰ੍ਹਾਂ ਦੇ ਸਾਜ਼ ਹੋਣ, ਵਾਜਾ ਹੋਵੇ, ਤਬਲਾ ਹੋਵੇ, ਬੰਸਰੀ ਹੋਵੇ, ਮੁਕਦੀ ਗੱਲ ਪੰਜ ਤਰ੍ਹਾਂ ਦੇ ਸਾਜ਼ ਜੇ ਉਹ ਮਿਲ ਕੇ ਵੱਜਦੇ ਹੋਣ, ਉਹਨਾਂ ਵਿੱਚੋਂ ਕੋਈ ਬੇਤਾਲਾ ਜਾਂ ਬੇਸੁਰਾ ਨਾ ਹੋਵੇ, ਇੱਕ ਲੈ ਵੱਜਦੇ ਹੋਣ ਤਾਂ ਸੁਣਨ ਵਾਲੇ ਨੂੰ ਬਹੁਤ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਜੇ ਕੋਈ ਉਹ ਵੱਜਦਾ ਸਾਜ਼ ਕੁਝ ਬੇਸੁਰਾ ਬੇਤਾਲਾ ਹੋ ਜੇ ਨਾ ਤੇ ਜਿਹੜਾ ਬੈਠਾ ਸੁਣਦਾ ਉਹ ਵੀ ਇੱਕਦਮ ਹਿੱਲ ਜਾਂਦਾ ਵੀ ਆਹ ਕੀ ਹੋ ਗਿਆ। ਗੁਰੂ ਸਾਹਿਬ ਜੀ ਸੰਗੀਤ ਦੀ ਤੇ ਸਾਜ਼ਾਂ ਦੀ ਉਦਾਹਰਨ ਦੇ ਕੇ ਗੱਲ ਅੰਦਰ ਦੀ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਜਿਸ ਜੀਵ ਦੇ ਹਿਰਦੇ ਰੂਪ ਘਰ ਦੇ ਵਿੱਚ ਕਹਿੰਦੇ ਇਹ ਪੰਜ ਸਾਜ਼ ਕਿਹੜੇ ਨੇ? ਘਰ ਸੁਭਾਗੈ, ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਭਾਵ ਉਹਦੇ ਹਿਰਦੇ ਵਿੱਚ ਪੂਰਨ ਆਨੰਦ ਬਣ ਜਾਂਦਾ ਹੈ। ਜਿਵੇਂ ਬਾਹਰੋਂ ਸਾਜ਼ ਵੱਜਦੇ ਹੋਣ ਨਾ, ਇੱਕ ਲੈ ਸੁਰ ਤੇ ਬੜਾ ਆਨੰਦ ਬਣਦਾ ਹੈ, ਪਰ ਜਿਹਦੇ ਹਿਰਦੇ ਰੂਪ ਘਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਸਾਜ਼ ਵੱਜਦਾ ਹੋਵੇ ਤੇ ਪਾਤਸ਼ਾਹ ਜੀ ਕਹਿੰਦੇ ਨੇ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਪੰਜ ਦੂਤ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਾਹਰਲੀ ਤੌਰ ਤੇ ਕੋਈ ਕਿਸੇ ਦਾ ਵੈਰੀ ਹੈ, ਕੋਈ ਦੁਸ਼ਮਣ ਹੈ। ਇਹ ਦੁਸ਼ਮਣੀ, ਇਹ ਵੈਰ ਪੁਣਾ ਇਹ ਕੁਝ ਸਮੇਂ ਲਈ ਹੁੰਦਾ ਹੈ। ਵੱਧ ਤੋਂ ਵੱਧ ਸਾਲ ਚੱਲੂ, 5 ਸਾਲ ਚੱਲੂ, ਲੰਘਦਿਆਂ ਟੱਪਦਿਆਂ ਜੇ ਇੱਕ ਨੀਵਾਂ ਹੋ ਗਿਆ ਤੇ ਉਹ ਦੁਸ਼ਮਣੀ ਮਿੱਤਰਤਾ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਇਹ ਸੁਭਾਵਿਕ ਹੈ। ਉਹ ਵੱਖਰੀ ਗੱਲ ਹੈ ਕਿ ਬੰਦਾ ਮਰਤੇ ਦਮ ਤੱਕ ਨਾ ਛੱਡੇ, ਉਹ ਇੱਕ ਵੱਖਰੀ ਗੱਲ ਹੈ। ਪਰ ਇਹ ਬਾਹਰਲੀ ਦੁਸ਼ਮਣੀ ਤੇ ਖਤਮ ਹੋ ਜਾਂਦੀ ਹੈ। ਆਪਾਂ ਕਈ ਦਫਾ ਕਹਿੰਦੇ ਆ ਉਹ ਦੁਸ਼ਮਣ, ਉਹ ਵੈਰੀ। ਪਾਤਸ਼ਾਹ ਕਹਿੰਦੇ ਬਾਹਰ ਨਹੀਂ ਤੇਰਾ ਕੋਈ ਦੁਸ਼ਮਣ, ਦਰਅਸਲ ਪੰਜ ਦੁਸ਼ਮਣ ਹਮੇਸ਼ਾ ਤੇਰੇ ਨਾਲ ਹੀ ਰਹਿੰਦੇ ਨੇ। ਜਦੋਂ ਤੂੰ ਸੌਂਦਾ ਉਹ ਵੀ ਸੌਂ ਜਾਂਦੇ ਨੇ, ਪਰ ਜਦੋਂ ਤੂੰ ਜਾਗਦਾ ਤੇ ਉਹ ਵੀ ਜਾਗ ਪੈਂਦੇ ਨੇ। ਉਹ 24 ਘੰਟੇ ਤੇਰੇ ਨਾਲ ਹੀ ਰਹਿ ਰਹੇ ਨੇ। ਪੰਜ ਦੂਤ ਤੁਧ ਵਸ ਕੀਤੇ। ਪਰ ਇਹ ਵੀ ਸਮਝਾ ਦਿੱਤਾ ਵੀ ਜਿਹਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋ ਜੇ, ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਉਹ ਇਹਨਾਂ ਪੰਜਾਂ ਦੂਤਾਂ ਨੂੰ ਆਪਣੇ ਵਸ ਕਰ ਲੈਂਦਾ, ਆਪਣੇ ਕਬਜ਼ੇ ਵਿੱਚ ਕਰ ਲੈਂਦਾ, ਕੰਟਰੋਲ ਕਰ ਲੈਂਦਾ, ਫਿਰ ਉਹ ਭੱਜਦੇ ਨਹੀਂ। ਇਹ ਪੰਜ ਚੀਜ਼ਾਂ ਕੋਈ ਮਾੜੀਆਂ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅੱਗ ਘਰ ਦੇ ਵਿੱਚ ਜਲ ਰਹੀ ਹੈ, ਪਰ ਉਹ ਅੱਗ ਜਿੰਨਾ ਚਿਰ ਗੈਸ ਦੇ ਵਿੱਚ ਹੈ ਜਾਂ ਚੁੱਲ੍ਹੇ ਤੇ ਜਲ ਰਹੀ ਹੈ ਮਰਜ਼ਾਦਾ ਵਿੱਚ, ਉਹ ਘਰ ਦੇ ਪਕਵਾਨ ਬਣਾਉਂਦੀ ਹੈ ਤੇ ਆਪਾਂ ਸਾਰੇ ਖਾਂਦੇ ਹਾਂ। ਪਰ ਜਦੋਂ ਉਹ ਅੱਗ ਮਰਜ਼ਾਦਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਹੀ ਅੱਗ ਜਿਹੜੀ ਸਾਡੇ ਲਈ ਭੋਜਨ ਬਣਾ ਕੇ ਜੀਵਨ ਦੇ ਰਹੀ ਸੀ ਤੇ ਉਹੀ ਅੱਗ ਪਲਾਂ ਦੇ ਵਿੱਚ ਸਾਡੇ ਜੀਵਨ ਨੂੰ ਤਬਾਹ ਕਰ ਦਿੰਦੀ ਹੈ। ਪਾਣੀ ਕੋਈ ਮਾੜਾ ਨਹੀਂ, ਘਰ ਦੇ ਵਿੱਚ ਪਾਣੀ ਹੈ, ਘਰ ਦੇ ਵਿੱਚ ਆਪਾਂ ਰੱਖਿਆ ਹੈ, ਪਰ ਜਦੋਂ ਉਹ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਮਰਜ਼ਾਦਾ ਤੋਂ ਬਾਹਰ ਹੋ ਜਾਂਦਾ ਹੈ, ਤਾਂ ਉਹ ਪਾਣੀ ਜਿਹੜਾ ਜੀਵਨ ਸੀ ਉਹ ਮੌਤ ਦਾ ਕਾਰਨ ਬਣ ਜਾਂਦਾ ਹੈ। ਜੇ ਬੰਦੇ ਦੇ ਵਿੱਚ ਇਹ ਪੰਜ ਚੀਜ਼ਾਂ ਨਾ ਹੋਣ ਤੇ ਬੰਦਾ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਸਾਹਿਬ ਜੀ ਕਹਿੰਦੇ ਹੋਣ ਜ਼ਰੂਰ, ਪਰ ਬਸਰਤੇ ਇਹ ਪੰਜੇ ਚੀਜ਼ਾਂ ਕੰਟਰੋਲ ਵਿੱਚ, ਇਹ ਮਰਜ਼ਾਦਾ ਵਿੱਚ ਹੋਣ। ਕੋਈ ਵੀ ਚੀਜ਼ ਹੈ ਦੁਨੀਆ ਵਿੱਚ, ਭੋਜਨ ਖਾਂਦੇ ਆ, ਲਿਮਟ ਦੇ ਵਿੱਚ ਆਪਾਂ ਖਾ ਲਈਏ ਤਾਂ ਬਿਲਕੁਲ ਸਰੀਰ ਸਵੱਛ ਰਹਿੰਦਾ ਹੈ। ਪਰ ਥੋੜੀ ਜੀ ਲਿਮਟ ਵਧਾ ਲਈਏ ਤੇ ਫਿਰ ਬੰਦਾ ਸਾਰੀ ਰਾਤ ਕਹਿ ਲਓ ਜਾਂ 2-4 ਘੰਟੇ ਤਾਂ ਵਿਹੜੇ ਵਿੱਚ ਗੇੜੇ ਕੱਢਦਾ ਹੀ ਰਹਿੰਦਾ। ਪੰਜਾਬ ਤੋਂ ਆਏ ਆ, ਬੰਦਾ ਕਹਿੰਦਾ ਵਿਆਹ ਸ਼ਾਦੀ ਚੱਲੇ ਆ, ਤੇ ਜਦੋਂ ਆਪਾਂ ਉੱਥੇ ਵੇਖਦੇ ਹਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ, ਤੇ ਕਈ ਦਫਾ ਹੁਣ ਪਿੰਡਾਂ 'ਚੋਂ ਆਪਾਂ ਆਏ, ਅਗਲਾ ਕਹਿੰਦਾ ਲੈ 1100 ਦਾ ਸ਼ਗਨ ਪਾਉਣਾ ਜਾਂ 500 ਦਾ ਸ਼ਗਨ ਪਾਉਣਾ, ਵੀ 600 ਦਾ ਤਾਂ ਕਮ ਸੇ ਕਮ ਖਾ ਕੇ ਹੀ ਜਾਈਏ ਨਾ।
ਉਹ ਖਾ ਤਾਂ ਲੈਂਦਾ 600 ਦਾ, ਫਿਰ ਟਿਕਦਾ ਹੀ ਨਹੀਂ, ਫਿਰ ਸਾਰੀ ਰਾਤ ਗੇੜੇ ਕੱਢਦਾ ਰਹਿੰਦਾ। ਭੋਜਨ ਨਹੀਂ ਸੀ ਮਾੜਾ, ਪਰ ਜੇ ਤੂੰ ਲਿਮਟ ਵਿੱਚ ਖਾ ਲੈਂਦਾ ਤਾਂ ਉਹ ਤੇਰੇ ਲਈ ਉਹ ਇੱਕ ਤੰਦਰੁਸਤੀ ਸੀ, ਤੇਰੇ ਲਈ ਠੀਕ ਸੀ, ਪਰ ਤੂੰ ਲਿਮਟ ਵਿੱਚ ਨਹੀਂ ਖਾਧਾ। ਕਿਉਂਕਿ ਗੁਰੂ ਸਾਹਿਬ ਜੀ ਨੇ ਅੱਜ ਡਾਕਟਰ ਵੈਦ ਕੋਈ ਸਾਨੂੰ ਜਦੋਂ ਕਿਸੇ ਗੱਲੋਂ ਰੋਕਦਾ ਆਪਾਂ ਇੱਕਦਮ ਰੁਕ ਜਾਂਦੇ ਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਪਹਿਲਾਂ ਹੀ ਬਾਣੀ ਦੇ ਵਿੱਚ ਸਾਨੂੰ ਦੱਸ ਗਏ, ਤੇ ਦੱਸ ਕੇ ਨਹੀਂ ਗਏ, ਲਿਖਤੀ ਰੂਪ ਦੇ ਵਿੱਚ ਸਾਨੂੰ ਪਾਤਸ਼ਾਹ ਫਰਮਾਨ ਕਰ ਗਏ ਹਨ। ਬੇਨਤੀ ਕਰ ਰਹੇ ਸਾਂ, ਪੰਜ ਦੂਤ ਕਿਹੜੇ ਨੇ? ਕਾਮ, ਕ੍ਰੋਧ। ਵੇਖੋ ਇਹ ਜਿਹੜਾ ਕ੍ਰੋਧ ਹੈ ਨਾ, ਜੇ ਤਾਂ ਕ੍ਰੋਧ ਬਣ ਜੇ ਫਿਰ ਤਾਂ ਆਪ ਨੂੰ ਵੀ ਨਾਸ ਕਰਦਾ ਤੇ ਦੂਜੇ ਨੂੰ ਵੀ, ਪਰ ਜੇ ਇਹ ਕ੍ਰੋਧ ਵੀਰ ਰਸ ਦਾ ਰੂਪ ਧਾਰਨ ਕਰ ਲਵੇ, ਵੀਰ ਰਸ ਦਾ, ਫਿਰ ਇਹ ਕ੍ਰੋਧ ਨਹੀਂ। ਖੈਰ ਬੜੀਆਂ ਬੇਨਤੀਆਂ ਨੇ, ਪਰ ਪਾਤਸ਼ਾਹ ਜੀ ਕਹਿੰਦੇ ਪਰ ਇਹ ਪੰਜੇ ਵਸ ਦੇ ਵਿੱਚ ਜਿਹਨੇ ਕਰ ਲਏ ਤਾਂ ਫਿਰ ਕਾਲ ਦੇ ਅਰਥ ਨੇ ਮੌਤ, ਕੰਟਕ ਮਾਰਿਆ। ਕਹਿੰਦੇ ਜਿਹੜਾ ਮੌਤ ਦਾ ਡੰਡਾ ਹਰ ਇੱਕ ਬੰਦੇ ਦੇ ਉੱਪਰ ਲਹਿਰਾਉਂਦਾ ਪਿਆ ਸੀ, ਪਰ ਜਿਹਦੇ ਹਿਰਦੇ ਰੂਪ ਘਰ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਦੇ ਅਰਥ ਨੇ ਗੁਰੂ ਦੇ ਸ਼ਬਦ ਦੀ ਸਤਾ, ਜਿੱਤ ਕਰ ਧਾਰੀਆ, ਜਿਹਦੇ ਅੰਦਰ ਟਿਕ ਗਈ, ਜਿਹਨੇ ਪ੍ਰਾਪਤ ਕਰ ਲਈ। ਫਿਰ ਕੀ ਹੋਇਆ? ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਪੰਜੇ ਵਸ ਵਿੱਚ ਕਰ ਲਏ। ਤੇ ਜਿਹੜਾ ਮੌਤ ਦਾ ਡਰ ਸੀ, ਫਿਰ ਉਹ ਮੌਤ ਦਾ ਡਰ ਨਹੀਂ ਰਹਿੰਦਾ। ਜਨਮ ਦਿਨ ਆਪਾਂ ਮਨਾ ਰਹੇ ਹਾਂ, ਜਨਮ ਦਿਨ ਹਰ ਇੱਕ ਇਨਸਾਨ ਨੂੰ ਮਨਾਉਣਾ ਚਾਹੀਦਾ, ਮਨਮਤ ਨਹੀਂ। ਪਰ ਜਨਮ ਦਿਨ ਜੇ ਕੋਈ ਕਵੇ ਕਿਉਂ ਮਨਾਉਂਦੇ ਹੋ, ਸਾਨੂੰ ਕੋਈ ਬੰਦਾ ਚੀਜ਼ ਦਿੰਦਾ, ਕੋਈ ਗਿਫਟ ਕਰਦਾ ਤੇ ਆਪਾਂ ਬਾਰ-ਬਾਰ ਉਹਦਾ ਸ਼ੁਕਰਾਨਾ ਧੰਨਵਾਦ ਕਰਦੇ ਹਾਂ, ਜਦੋਂ ਉਹ ਬਾਅਦ ਵਿੱਚ ਮਿਟ ਜਾਣੀ ਹੈ, ਖਤਮ ਹੋ ਜਾਣੀ ਹੈ। ਪਰ ਜਿਸ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਤੁਸੀਂ ਦੇਖਦੇ ਹੋ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਜਦੋਂ ਹਿੰਦੂ ਧਰਮ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਨਾ, ਤਾਂ ਉਹ ਉਸ ਸਮੇਂ ਉਸ ਬੱਚੇ ਨੂੰ ਗੁੜਤੀ ਦਿੰਦੇ ਨੇ। ਗੁੜਤੀ ਗੁਰਮਤਿ ਦਾ ਸ਼ਬਦ ਨਹੀਂ ਹੈ, ਪਰ ਇਹ ਗੁੜਤੀ ਵਾਲੀ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਵੀ ਆ ਗਈ। ਬੱਚੇ ਦਾ ਜਦੋਂ ਜਨਮ ਹੁੰਦਾ ਹੈ ਨਾ, ਉਸ ਵਕਤ ਤੁਸੀਂ ਪਾਠ ਕਰੋ, ਜਪਜੀ ਸਾਹਿਬ ਦਾ ਕਰ ਲਓ, ਆਨੰਦ ਸਾਹਿਬ ਦਾ ਪਾਠ ਕਰ ਲਓ, ਤੇ ਉਹਨੂੰ ਅੰਮ੍ਰਿਤ ਨੂੰ ਤਿਆਰ ਕਰਕੇ ਥੋੜਾ ਜਿਹਾ 5 ਬੂੰਦਾਂ ਉਸ ਨਿਆਣੇ ਦੇ ਮੁਖ ਵਿੱਚ ਬਚਿਆ ਹੋਇਆ ਜਿਹੜਾ ਹੈ ਉਹ ਮਾਤਾ ਪੀ ਲਵੇ। ਸਾਡੀ ਇਹ ਗੁੜਤੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ। ਤੇ ਬਾਬਾ ਜੁਝਾਰ ਸਿੰਘ ਦਾ ਜਨਮ ਹੈ ਜਿਹੜਾ, ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 1691 ਨੂੰ ਹੋਇਆ। ਮਾਤਾ ਜੀਤੋ ਜੀ ਦੀ ਕੁੱਖ ਤੋਂ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ, ਤੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ। 3 ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਹਨ। ਕਿਹੜੇ? ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਅਜੀਤ ਸਿੰਘ ਜਿਹੜੇ ਹਨ ਉਹ ਮਾਤਾ ਸੁੰਦਰੀ ਜੀ ਦੇ ਕੁੱਖ ਤੋਂ ਜਨਮ ਹੋਇਆ। ਖੈਰ ਬੇਨਤੀ ਜਿਹੜੀ ਕਰ ਰਹੇ ਸਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਨੇ, ਦੂਸਰੇ ਪੁੱਤਰ, ਵੱਡੇ ਤੋਂ ਛੋਟੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪੋਤੇ ਨੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੜਪੋਤੇ ਹਨ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ 20 ਦਸੰਬਰ ਨੂੰ 1704 ਨੂੰ ਗੁਰੂ ਪਿਤਾ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਿਆ ਸੀ, ਕੁਝ ਸਮੇਂ ਦੀ ਸਥਿਤੀ ਤੇ ਸਮਾਂ ਹੀ ਇਦਾਂ ਦਾ ਬਣਿਆ ਤੇ ਸਰਸਾ ਦੇ ਕਿਨਾਰੇ ਜਦੋਂ ਪਹੁੰਚੇ ਨੇ, ਆਮ ਪ੍ਰਚਲਿਤ ਲਫ਼ਜ਼ ਅਸੀਂ ਇਹ ਕਹਿੰਦੇ ਆ ਇਤਿਹਾਸ ਸੁਣਾਉਣ ਸਮੇਂ ਕਿ ਗੁਰੂ ਸਾਹਿਬ ਦੇ ਪਰਿਵਾਰ ਵਿਛੜ ਗਏ। ਪਰਿਵਾਰ ਵਿਛੋੜਾ ਗੁਰਦੁਆਰਾ ਵੀ ਬਣਿਆ, ਐਸੀ ਗੱਲ ਨਹੀਂ, ਪਰਿਵਾਰ ਵਿਛੋੜਾ। ਜੇ ਅਧਿਆਤਮਕ ਸੋਚ ਨਾਲ ਤੱਕੀਏ, ਦਰਅਸਲ ਪਰਿਵਾਰ ਉੱਥੇ ਵਿਛੜਿਆ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਇਹ ਬਚਨ ਕਹੇ ਸਨ ਕਿ ਮਾਤਾ ਜੀ, ਆਹ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਇਹਨਾਂ ਨੂੰ ਮੈਂ ਆਪਣੇ ਨਾਲ ਲੈ ਚੱਲਿਆ। ਇਹਨਾਂ ਦੋਵਾਂ ਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਥਾਪੜਾ ਦੇ ਕੇ ਮੈਂ ਰਣ ਤੱਤੇ ਵਿੱਚ ਸ਼ਹੀਦੀ ਜਾਮ ਪੀਣ ਦੇ ਵਾਸਤੇ ਦੋਵਾਂ ਨੂੰ ਮੈਂ ਤੋਰਾਂਗਾ। ਤੇ ਜਿਹੜੇ ਆ 2 ਛੋਟੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਇਹਨਾਂ ਨੂੰ ਤੁਸੀਂ ਆਪਣੇ ਨਾਲ ਲੈ ਜਾਓ ਤੇ ਸਰਹੰਦ ਦੀਆਂ ਦੀਵਾਰਾਂ ਦੇ ਵੱਲ ਇਹਨਾਂ ਨੂੰ ਤੁਸੀਂ ਤੋਰਨਾ,
ये सेवा तुहाडे हिस्से है। तुसीं आप ही तवज्जो दिओ। जे गुरु गोबिंद सिंह महाराज सच्चे पातशाह वड्डे साहिबजादियां नूं नाल लिजा सकदे ने, तां की गुरु गोबिंद सिंह महाराज सच्चे पातशाह माता गुजरी जी ते बाबा जोरावर सिंह ते बाबा फतेह सिंह जी नूं नाल नहीं लिजा सकदे? लिजा सकदे सन। पर गुरु कलगीधर दशमेश पिता जिहड़े पहले जामे विच इह बचन करदे ने, जो तुध भावै साई भली कार, तू सदा सलामत निरंकार। जिहड़ी गल पहले जामे विच कह के आ गए, उन्होंने 10वें जामे दे विच उहदा प्रैक्टिकल करके दस दिता। आनंदपुर साहब की धरती ते सतगुरु एक दिन बराजे ने, इतिहास विचों बड़े प्रमाण मिलते ने। तो एक दिन, क्योंकि सतगुरु जी प्रतੱਖ रूप दे विच सिखां दे अंदर जो वहम भरम सी ना, वो प्रैक्टिकल रूप दे विच विखा रहे सन उन्हां नूं। तो कहंदे गुरसिख बैठे ने, दीवान सजिया, ते उन्होंने बाद विच बेनती कीती, पातशाह जी तुहाडे चरनां दे विच बेअंत संगतां आउंदियां ने, और भाई जग्गे वर्गे भी ऐसे सिख ने जिहड़े तुहाडे प्रेम दे विच गुड़ुंद ने। इतिहास तुसीं सुने ही भाई जग्गे दा, जिहड़ा कि गुरु गोबिंद सिंह महाराज जी दी शरण विच आया सी, पर उहदे अंदर भावना बहुत सी। आए नूं अजे कुछ क महीने होए सन, ते पर गुरु दा जिहड़ा प्यार सी ना, गुरु दी दया दा पात्र वो बहुत बन गया। ते जिहड़े कुछ सालां तो रहिंदे सन, जिवें कई दफ़ा बंदे नूं उम्र दा हंकार हो जांदा ना कि मेरी उम्र बहुत वड्डी है, मैनूं उम्र दा तकाजा है, पर यह उम्र दे तकाजे दुनिया विच चलदे ने, गुरमत नहीं इस चीज़ नूं मनदी। गुरमुख बुढ़े कदे नाही, जिन्ना अंतर सुरत ज्ञान। जे किरपा होनी होवे ते मासूम बच्चे ते भी हो जाती है, जे किरपा होनी होवे तां जवान ते भी हो जाती है, किरपा होनी होवे तां बुजुर्ग ते भी हो जाती है, ते ना होवे तां सारी उम्र लंघ जाती है। किसी उम्र विच ही नहीं किरपा हुंदी। जिहड़ी आपां बेनती कर रहे सां, सतगुरु सच्चे पातशाह दी दया दा पात्र जदों भाई जग्गा बनिया, ते जिहड़े सतगुरां दे कोल शरीर करके रहिंदे सन, पर मन करके गुरु दे नाल वो बचनां नाल नहीं सी जुड़े। तो कलगीधर दशमेश पिता दे कोल रहिंदे इस सिख दे नाल उन्हां दे अंदर ईरखा दवैश शुरू हो गई। रोज़ ईरखा करन, अखीर इकट्ठे होके कहंदे इहनूं आए नूं 2 महीने होए ने, सतगुरु जी अपने कोले रखदे ने, प्यार बड़ा करदे ने, ते गल गल ते नूं कोले बुलाउंदे ने। आपां नूं तां 5-5 साल हो गए, ते अपने ते अजे किरपा क्यों नहीं होई? आपां नूं सतगुरु जी प्यार क्यों नहीं करदे? पातशाह कहंदे सेवा थोड़ी मंगन बहुता, महल न पावे कह तो पौता। गुरु दी हजूरी वो नहीं प्राप्त कर सकदा जिहड़ा केवल गल्लां करदा है मेरे वर्गा। बेनती करा, अखीर कहंदे उन्होंने इकट्ठे होके ब्योंत बनाई भी जे इसे तरह गुरु साहब नूं प्यार करदे रहे तां सानू तां किसी ने पुछना नहीं। इतिहास कहंदे भाई जग्गा जदों आनंदपुर साहब तो घरे वापस जांदा है तां रस्ते दे विच ओह आड़ ला के बैठ जांदे ने, बड़ा उहनूं कुटदे ने, कुट कुट के लहू लुहान कर दिता। कई दिन वो आनंदपुर साहब दीवान विच गया नहीं। हुण सतगुरु जानी जान ने, जिन्हां दी बाणी पढ़दे आपां अंतर जामी जाने, बिन बोलत आप पछाने, घट घट के अंतर की जानत भले बुरे की, पीर पछानत अन बोलत मेरी बिरथा जानी। असीं नाम ही बोलीए ते गुरु फिर भी जाणदा है। अखीर कहंदे उन्होंने जदों कुटिया ते सतगुरां दीयां नज़रां लभ रहीआं ने कि भाई जग्गा कई दिनों तो नहीं आया। जदों पुछया ना, जिन्हां ने मारिया कुटिया सी वो विच बैठे ने, वो सोचते ने शायद भाई जग्गे दे जाण तो बाद गुरु साहब दी साडे ते कृपा होवेगी। ते पातशाह कहन लगे भी भाई जग्गा नहीं विखाई दे रहा। अमृत छक के फिर वो भाई जग्गा सिंह बनिया सी। ते वो अगों कहंदे सतगुरु जी लगदा वो सेवा कर कर के अक गया, थक गया, हुण नहीं वो आउंदा, वो तां घरे बैठ गया है। धन गुरु गोबिंद सिंह महाराज जानी जान ने, पातशाह कहन लगे जाओ घरों बुला के लियाओ। इतिहास कहंदे जो घरों बुला के लियांदा, शरीर ते चोटां ने। पातशाह जी कहंदे दसो तुहानूं किहने मारिया है? तुसीं हुणे सानूं दसो, जिसने ये घटिया हरकत कीती उहनूं जिउंदे नूं क्यों ना धरती विच असीं गड्ड दईए। हथ जोड़ के कहंदा सच्चे पातशाह मैनूं किसी ने नहीं मारिया, बस तुहाडी बख्शिश कृपा है, क्योंकि बिरती ये बन चुकी है बिसर गई सब तात पराई। जब ते साध संगत मोहे पाई,
ਤੇ ਅੱਗੋਂ ਜਦੋਂ ਭਾਈ ਜੱਗਾ ਕਹਿੰਦਾ ਕਿਸੇ ਨੇ ਨਹੀਂ ਮਾਰਿਆ, ਤੇ ਉਹਦੇ ਪ੍ਰੇਮ ਨੇ, ਉਹਦੀ ਖਿਮਾ ਨੇ, ਜਿਨ੍ਹਾਂ ਨੇ ਮਾਰਿਆ ਸੀ ਉਹ ਆਪਣੇ ਆਪ ਹੀ ਬੋਲ ਪਏ, ਕਹਿੰਦੇ ਸਤਿਗੁਰੂ ਜੀ ਇਹ ਗਲਤੀ ਸਾਡੇ ਤੋਂ ਹੋਈ ਹੈ, ਸਾਨੂੰ ਤੁਸੀਂ ਮਾਫ ਕਰ ਦਿਓ। ਸਿੱਖ ਸਵਾਲ ਕਰ ਰਹੇ ਸਨ ਕਿ ਇੱਥੇ ਭਾਈ ਜੱਗੇ ਵਰਗੇ ਸਿੱਖ ਤੁਹਾਡੇ ਪ੍ਰੇਮ ਦੇ ਵਿੱਚ ਗੁੜੁੰਦ ਨੇ, ਭਾਵੇਂ ਦੁਨੀਆ ਉਹਨਾਂ ਨੂੰ ਅਦਬ ਸਤਕਾਰ ਨਹੀਂ ਦਿੰਦੀ, ਪਰ ਸਤਿਗੁਰੂ ਜੀ ਤੁਸੀਂ ਤਾਂ ਅਦਬ ਸਤਕਾਰ ਬਹੁਤ ਦਿੰਦੇ ਹੋ। ਤਾਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਫਿਰ ਉਹ ਸਿੱਖ ਨੂੰ, ਸਵਾਲ ਕਰਨ ਵਾਲੇ ਨੂੰ, ਪ੍ਰਸ਼ਨ ਕਰਨ ਵਾਲੇ ਨੂੰ ਇੱਕ ਪਤਾਸਾ ਦਿੱਤਾ। ਪਤਾਸਾ ਦਿੱਤਾ ਪ੍ਰਸ਼ਾਦ ਦੇ ਰੂਪ ਵਿੱਚ ਨਹੀਂ, ਇੱਕ ਪਤਾਸਾ ਦਿੱਤਾ, ਛੋਟਾ ਪੱਥਰ ਦਿੱਤਾ। ਕਹਿੰਦੇ ਉਹ ਸਾਹਮਣੇ ਜਿਹੜਾ ਪਾਣੀ ਦਾ ਹੌਦ ਹੈ ਨਾ, ਘੜਾ ਕਹਿ ਲੋ, ਇਹ ਦੋਵੇਂ ਉਹਦੇ ਵਿੱਚ ਪਾ ਕੇ ਆ ਜਾ। ਉਹਨੇ ਬਚਨ ਮੰਨਿਆ, ਪਾ ਕੇ ਆ ਗਿਆ। ਕੁਝ ਸਮਾਂ ਵਿਚਾਰਾਂ ਸ਼ੁਰੂ ਹੋਈਆਂ। 10-15 ਮਿੰਟਾਂ ਬਾਅਦ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਿੱਚੋਂ ਤੁਸੀਂ ਪੱਥਰ ਕੱਢ ਲਿਆਓ। ਉਹ ਗਿਆ, ਉਹਨੇ ਪੱਥਰ ਕੱਢਿਆ, ਗੁਰੂ ਸਾਹਿਬ ਜੀ ਦੇ ਕੋਲ ਲਿਆ ਕੇ ਰੱਖ ਦਿੱਤਾ। ਪਾਤਸ਼ਾਹ ਜੀ ਕਹਿੰਦੇ ਵੀ ਪਤਾਸਾ ਵੀ ਨਾਲ ਹੀ ਲੈ ਆਓ। ਕਹਿੰਦਾ ਸਤਿਗੁਰੂ ਜੀ ਪਤਾਸਾ ਕਿੱਦਾਂ ਪਾਣੀ ਵਿੱਚੋਂ ਬਾਹਰ ਆ ਸਕਦਾ ਹੈ? ਉਹਦੀ ਤਾਂ ਹਸਤੀ ਮਿਟ ਗਈ, ਉਹਨੇ ਤਾਂ ਆਪਣੀ ਹੋਂਦ ਗਵਾ ਲਈ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਬਸ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ। ਜਿਹੜਾ ਗੁਰੂ ਚਰਨਾਂ ਦੇ ਵਿੱਚ ਆ ਕੇ, ਗੁਰੂ ਸਰੋਵਰ ਸਤ ਸੰਗਤ ਦੇ ਵਿੱਚ ਬਹਿ ਕੇ, ਜਿਹੜਾ ਪਤਾਸੇ ਵਰਗੀ ਬਿਰਤੀ ਬਣਾ ਕੇ ਆਪਣੀ ਹੋਂਦ, ਆਪਣਾ ਹੰਕਾਰ ਜਿਹੜਾ ਮਿਟਾ ਲੈਂਦਾ ਹੈ, ਤੇ ਉਹੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਫਿਰ ਇਹ ਪੱਥਰ ਤੁਸੀਂ ਕੱਢ ਲਿਆਂਦਾ, ਪੱਥਰ ਕਿਉਂ ਨਹੀਂ ਭੇਜਿਆ? ਪੱਥਰ ਬਾਹਰੋਂ ਭੇਜਿਆ, ਕਹਿੰਦੇ ਪੱਥਰ ਅੰਦਰੋਂ ਵੀ ਸੁੱਕਾ ਹੈ। ਤੋ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਇਹ ਨਹੀਂ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਗੁਰੂ ਦੀ ਬਖਸ਼ਿਸ਼ ਇਸ ਕਰਕੇ ਨਹੀਂ ਹੁੰਦੀ ਵੀ ਕੋਈ ਬੰਦਾ ਸਰੀਰ ਕਰਕੇ ਗੁਰੂ ਦੇ ਬਹੁਤਾ ਨੇੜੇ ਰਹਿੰਦਾ ਹੈ ਜਾਂ ਗੁਰੂ ਦੇ ਕੋਈ ਬਹੁਤ ਦੂਰ ਹੈ। ਗੁਰੂ ਦੀ ਬਖਸ਼ਿਸ਼ ਉਹ ਤੇ ਹੁੰਦੀ ਹੈ ਜਿਹਦਾ ਮਨ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਜਿਹੜਾ ਗੁਰੂ ਦੀ ਗੱਲ ਨੂੰ, ਗੁਰੂ ਦੀ ਬਾਣੀ ਨੂੰ ਸਮਝਣ ਦੀ ਆਪਣੇ ਅੰਦਰ ਪ੍ਰੇਮ ਭਾਵਨਾ ਬਣਾ ਕੇ ਰੱਖਦਾ ਹੈ। ਤੋ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਜੋ ਸਿੱਖਾਂ ਦੇ ਅੰਦਰ ਇੱਕ ਸਵਾਲ ਸੀ, ਗੁਰੂ ਸਾਹਿਬ ਜੀ ਨੇ ਉਸ ਸਵਾਲ ਨੂੰ ਹੱਲ ਕੀਤਾ ਤੇ ਪਾਤਸ਼ਾਹ ਨੇ ਆਖਿਆ ਬਸ ਜਿਹੜਾ ਗੁਰੂ ਕੋਲ ਆ ਕੇ ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੇ ਹੰਕਾਰ ਨੂੰ ਮਿਟਾ ਲਵੇ। ਕਿਉਂਕਿ ਬਚਨ ਆਏ ਸਨ ਪੰਜ ਦੂਤ ਤੁਧ ਵਸ ਕੀਤੇ। ਬੰਦਾ ਹੋ ਸਕਦਾ ਸਾਰਿਆਂ ਨੂੰ ਵਸ ਕਰ ਲਵੇ, ਪੂਰੀ ਦੁਨੀਆ ਦੇ ਉੱਪਰ ਕਬਜ਼ਾ ਕਰ ਲਵੇ। ਉਦਾਹਰਨ ਵਜੋਂ ਸਿਕੰਦਰ ਪੂਰੀ ਦੁਨੀਆ ਨੂੰ ਜਿੱਤ ਕੇ ਜਿਸ ਵਕਤ ਇੱਕ ਸਮੁੰਦਰ ਦੇ ਕਿਨਾਰੇ ਆ ਕੇ ਬੈਠ ਗਿਆ ਤਾਂ ਉੱਥੇ ਇੱਕ ਫਕੀਰ ਬੈਠਾ ਹੈ, ਤੇ ਫਕੀਰ ਨੂੰ ਉਹ ਸਿਕੰਦਰ ਕਹਿਣ ਲੱਗਾ ਤੂੰ ਮੈਨੂੰ ਪਹਿਚਾਣਦਾ ਨਹੀਂ, ਮੈਂ ਕੌਣ ਹਾਂ? ਤੇ ਫਕੀਰ ਨੇ, ਉਸ ਗੁਰਮੁਖ ਨੇ, ਮਹਾਂਪੁਰਖ ਨੇ ਕੋਈ ਧਿਆਨ ਨਹੀਂ ਦਿੱਤਾ। ਫਿਰ ਹੰਕਾਰ ਨਾਲ ਕਹਿੰਦਾ ਓਏ ਫਕੀਰਾ, ਤੂੰ ਮੈਨੂੰ ਪਹਿਚਾਣਿਆ ਨਹੀਂ ਕਿ ਮੈਂ ਕੌਣ ਹਾਂ? ਉਹਨੇ ਕੋਈ ਪਰਵਾਹ ਨਹੀਂ ਕੀਤੀ, ਕਹਿਣ ਲੱਗਾ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਪਾਣੀ ਪੀਣਾ। ਤੇ ਉਹ ਫਕੀਰ ਕਹਿਣ ਲੱਗਿਆ ਜੇ ਪਾਣੀ ਪੀਣਾ ਤੇ ਫਿਰ ਝੁਕ ਕੇ ਪੀ ਲਾ। ਉਹ ਕਹਿੰਦਾ ਮੈਂ ਸਿਕੰਦਰ ਹਾਂ, ਤੇ ਸਿਕੰਦਰ ਨੇ ਅੱਜ ਤੱਕ ਝੁਕਣਾ ਨਹੀਂ ਸਿੱਖਿਆ। ਤੇ ਫਕੀਰ ਨੇ ਅੱਗੋਂ ਗੱਲ ਬੜੀ ਗਜ਼ਬ ਦੀ ਕਹੀ। ਉਹ ਕਹਿਣ ਲੱਗਾ ਝੁਕਣ ਵਾਸਤੇ ਪਾਣੀ ਪੀਣਾ ਪੈਂਦਾ ਹੈ, ਜੇ ਝੁਕੇਗਾ ਤੇ ਪਾਣੀ ਤਾਂ ਹੀ ਮਿਲੇਗਾ। ਇਸੇ ਤਰ੍ਹਾਂ ਕਹਿੰਦੇ ਜੇ ਤੂੰ ਹੰਕਾਰ ਝੁਕਾ ਲੇਗਾ ਨਾ, ਜੀਵਨ ਵਿੱਚ ਤੇਰੇ ਤਾਂ ਹੀ ਤਬਦੀਲੀ ਆਏਗੀ। ਕਹਿਣ ਲੱਗਾ ਮੈਂ ਬਾਦਸ਼ਾਹ ਦੁਨੀਆ ਨੂੰ ਜਿੱਤਣ ਚੱਲਿਆ। ਕਹਿੰਦੇ ਦੁਨੀਆ ਨੂੰ ਜਿੱਤਣ ਤੋਂ ਬਾਅਦ ਕੀ ਕਰੇਗਾ? ਉਹ ਕਹਿੰਦਾ ਪੂਰੀ ਦੁਨੀਆ ਨੂੰ ਖਤਮ ਕਰਕੇ, ਮਾਰ ਕੇ, ਆਰਾਮ ਦੇ ਨਾਲ ਆ ਕੇ ਮੈਂ ਸੌਂ ਜਾਊਂਗਾ। ਉਹ ਕਹਿੰਦਾ ਇੰਨਾ ਖੂਨ ਖਰਾਬਾ ਕਰੇਗਾ, ਇੰਨੇ ਲੋਕਾਂ ਨੂੰ ਮਾਰੇਗਾ, ਮਾਵਾਂ ਦੇ ਪੁੱਤ ਤੂੰ ਮਾਰੇਗਾ, ਤੂੰ ਧੀਆਂ ਭੈਣਾਂ ਦੇ ਸੁਹਾਗ ਉਜਾੜੇਗਾ, ਫਿਰ ਆਰਾਮ ਨਾਲ ਪਏਗਾ। ਕਹਿੰਦੇ ਮੈਂ ਤਾਂ ਕੁਝ ਨਹੀਂ ਕੀਤਾ, ਮੈਂ ਹੁਣੇ ਆਰਾਮ ਨਾਲ ਪਿਆ ਹਾਂ, ਆ ਜਾ ਤੂੰ ਵੀ ਇੱਥੇ ਆਰਾਮ ਕਰ ਲੈ। ਇਸੇ ਤਰ੍ਹਾਂ ਇੱਕ ਵਿਦਵਾਨ ਨੇ ਫਿਰ ਇੱਥੇ ਉਹ ਗੱਲ ਕਹੀ ਬੜੀ ਪਿਆਰੀ। ਉਹ ਕਹਿੰਦਾ ਨਾ ਦੇਖਨੇ ਕੀ ਤਰ੍ਹਾਂ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗੇ ਤੋ ਹਮਨੇ ਰੋਸ਼ਨੀ ਦੇਖੀ। ਕਹਿੰਦੇ ਜ਼ਿੰਦਗੀ ਦੇਖੀ ਬਹੁਤ, ਦੁਨੀਆ ਤੱਕੀ ਬਹੁਤ, ਦੁਨੀਆ ਵੇਖ ਕੇ ਵੀ ਦੁਨੀਆ ਨਹੀਂ ਵੇਖੀ, ਪਰ ਜਦੋਂ ਕਹਿੰਦੇ ਅੰਦਰੋਂ ਜੋਤ ਬੁਝਣੀ ਸ਼ੁਰੂ ਹੋ ਗਈ ਨਾ, ਫਿਰ ਪਤਾ ਲੱਗਿਆ ਵੀ ਅਸਲੀ ਜ਼ਿੰਦਗੀ ਕੀ ਹੈ। ਤੋ ਪਾਤਸ਼ਾਹ ਕਹਿੰਦੇ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਜਿਹਨੇ ਪੰਜੇ ਵਸ ਵਿੱਚ ਕਰ ਲਏ ਉਹਨੇ ਫਿਰ ਮੌਤ ਦੀ ਪਰਵਾਹ ਨਹੀਂ ਕੀਤੀ। ਤੇ ਸਤਿਗੁਰੂ ਕਹਿੰਦੇ ਧੁਰ ਕਰਮ
पाया तुद जिन को से नाम हर कै लागे। कहे नानक तह सुख हुआ तित घर अनहद वाजे। पातशाह जी अखीर विच कहंदे भी धोर कर्म जिन्हां दे हिरदे रूप घर दे विच उस मालक दी कर्म दे अर्थ इत्थे हन बख्शिश रहमत। जिन्हां दे हिरदे रूप घर दे विच उस मालक ने बख्शिश कर दित्ती, रहमत कर दित्ती, उन्हां ने आत्मक सुख दी प्राप्ति कर ली। धोर कर्म पाया तुद जिनको से नाम, नाम दे विच हर कै लागे। वो परिपूर्ण परमात्मा दे नाम दे विच लग गए, जुड़ गए। नाम दे विद्वानां ने बहुत अर्थ कीते ने। वाहिगुरु वाहिगुरु जपना भी आपां सिमरन नाम कहने आ। गुरु दी बाणी नूं, गुरु दे उपदेश नूं अपने जीवन विच लागू करना। गुरु साहिब जी तो जिंदगी जिउण दा तरीका बाणी राहीं पता लगेगा। ते पातशाह कहंदे ये भी है हरि दा नाम। धुर कर्म पाया तुद जिनको से नाम हर कै लागे। कहे नानक तह सुख होवा तित घर अनहद वाजे। ओदे हिरदे रूप घर विच मानो एक रस वाजे वजदे ने। एक तां वाजे साध ने जिन्हां नूं वजाउणा पैंदा है, एक ਉਹ ਸਾਧ ਨੇ जिन्हां नूं वजाउण दी लोड़ नहीं, ਉਹ अपने आप ही वजदे हन। भाव ਉਹ आत्मक आनंद दी गल करदे ने। ते परमात्मा धुर दरगाह तो जिन्हां मनुखां दे भागां दे विच नाम, भागां दे विच सिमरन दा लेख लिख दिंदा है। ਉਹ मनुख नाम दे विच जुड़दे ने ते नाम दी बरकत दे नाल फिर ਉਹ ਕਾਮ ਆਦਿਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ इन्हां पंजां चीज़ां नूं अपने वस विच कर लैंदे ने, इन्हां वैरियां नूं। ते सतगुरु जी कहंदे फिर ये पंजे ਉਹਦੇ ਉੱਪਰ जोर नहीं पाउंदे ते इस तरह ਉਹਦੇ अंदर फिर आत्मक आनंद बनिया रहिंदा है। सतगुरु जी कृपा करन, मेहर करन। इन्नी हाजरी आप समूची संगत ने प्रवान करनी। जिन्हां संगतां ने संध्या समय दे रात्रि दे दीवानां दीयां हाजरियां भरियां, गुरु पिता जी सब दी हाजरी प्रवान करन। बचन गुरु का जान के हिरदे विच वसाउणा औगणना चितारने। भुल चुक दे क्षमा बलाओ फतेह। वाहिगुरु जी का खालसा, वाहिगुरु जी की फतेह। डाकना विशाल रहे मन गौरा आप तो जय करे सिद्ध भाई है लीनो हाथ सुंदौरा। ये मेरे जाना ਹੁਣ ਇੱਧਰ ਦੀਆਂ ਉੱਧਰ ਦੀਆਂ ਛੱਡ ਦੇ। ਜਦੋਂ ਤੂੰ ਮੁੱਖ ਗੁਰੂ ਵਾਲੇ ਪਾਸੇ ਕਰ ਲਿਆ ਫਿਰ ਜਨਮ ਤੋਂ ਤੇ ਮਰਨ ਤੋਂ ਕੀ ਡਰਨਾ। ਆਓ ਆਪਾਂ ਸਾਰੇ ਇਹੀ